ਹੈਲੋ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡੀ ਪੰਜਾਬੀ ਦੀ ਟੀਚਰ ਸੁਨੀਤਾ। ਅੱਜ ਤੁਹਾਨੂੰ ਢੋਵਾਂ ਪੰਜਾਬੀ ਵਿਆਕਰਣ ਵਿੱਚੋਂ 8ਵੀਂ ਕਲਾਸ ਦਾ ਪਹਿਲਾ ਪਾਠ ਪੜ੍ਹਾ ਰਹੀ ਹਾਂ। ਠੀਕ ਹੈ ਜੀ, 8ਵੀਂ ਜਮਾਤ ਦਾ ਪਾਠ ਦਾ ਕੀ ਨਾਮ ਹੈ ਜੀ? ਭਾਸ਼ਾ ਅਤੇ ਵਿਆਕਰਣ, ਲੈਂਗੁਏਜ ਐਂਡ ਗ੍ਰਾਮਰ। ਠੀਕ ਹੈ, ਐਸੀ ਭਾਸ਼ਾ ਦਾ ਨਾਮ। ਠੀਕ ਹੈ, ਇਹਦੇ 'ਚ ਦੇਖੋ ਜੀ, ਚਿੱਤਰਾਂ ਰਾਹੀਂ ਦੱਸਿਆ ਗਿਆ ਸਾਨੂੰ। ਠੀਕ ਹੈ, ਇਹਦੇ 'ਚ ਕੀ ਨੇ, ਦੋ ਚਿੱਤਰ ਬਣਾਏ ਹੋਏ ਨੇ। ਇੱਕ 'ਚ ਨੇਤਾ ਜੀ ਭਾਸ਼ਣ ਦੇ ਰਹੇ ਨੇ, ਔਰ ਦੂਜੇ ਸਾਰੇ ਹੀ ਚੁੱਪਚਾਪ ਉਸ ਭਾਸ਼ਣ ਨੂੰ ਸੁਣ ਰਹੇ ਨੇ। ਠੀਕ ਹੈ, ਕਿ ਉਹ ਭਾਸ਼ਣ ਨੂੰ ਸੁਣ ਰਹੇ ਨੇ। ਉਹ ਨੇਤਾ ਜੀ ਦੀ ਕਿਹੜੀ ਹੋਈ ਜੀ? ਮੌਖਿਕ ਭਾਸ਼ਾ। ਔਰ ਦੂਜੇ ਚਿੱਤਰ 'ਤੇ ਦੇਖੋ ਜੀ, ਕੁੜੀ ਕਾਪੀ 'ਤੇ ਲਿਖ ਰਹੀ ਹੈ। ਲਿਖ ਰਹੀ ਹੈ ਤਾਂ ਮਤਲਬ ਕਿਹੜੀ ਭਾਸ਼ਾ ਹੋਈ? ਲਿਖਿਤ। ਲਿਖ ਤੋਂ ਬਣ ਗਿਆ ਲਿਖਿਤ। ਕਿ ਅਸੀਂ ਕੋਈ ਵੀ ਭਾਸ਼ਾ ਲਿਖ ਕੇ ਕਿਸੇ ਨੂੰ ਦੱਸਦੇ ਹਾਂ, ਜਦੋਂ ਉਹ ਉਸ ਭਾਸ਼ਾ ਨੂੰ ਪੜ੍ਹਦਾ ਹੈ ਤਾਂ ਉਹ ਸਾਡੀ ਕਿਹੜੀ ਹੁੰਦੀ ਹੈ ਜੀ? ਲਿਖਿਤ ਭਾਸ਼ਾ। ਠੀਕ ਹੈ ਜੀ। ਹੁਣ ਭਾਸ਼ਾ ਦੇਖੋ ਜੀ, ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ, ਜਾਂ ਅਸੀਂ ਆਪਣੇ ਵਿਚਾਰ ਲੋਕਾਂ ਨੂੰ ਦੱਸਦੇ ਹਾਂ ਅਤੇ ਦੂਜਿਆਂ ਦੇ ਵਿਚਾਰ ਸੁਣਦੇ ਹਾਂ। ਉਹ ਹੁੰਦੀ ਹੈ ਸਾਡੀ ਭਾਸ਼ਾ। ਭਾਸ਼ਾਵਾਂ ਦੀਆਂ ਸਿਰਫ ਦੋ ਕਿਸਮਾਂ ਹੁੰਦੀਆਂ ਹਨ। ਕਿਹੜੀਆਂ? ਇੱਕ ਤਾਂ ਹੁੰਦੀ ਹੈ ਜਿਹੜੇ ਚਿੱਤਰ ਹੈ ਦੱਸਿਆ ਗਿਆ ਕਿ ਨੇਤਾ ਜੀ ਬੋਲ ਰਹੇ ਨੇ ਅਤੇ ਬਾਕੀ ਸਾਰੇ ਬੰਦੇ ਸੁਣ ਰਹੇ ਨੇ। ਉਹ ਕੀ ਹੋਈ ਹੈ? ਮੂੰਹ ਤੋਂ ਬੋਲੀ ਹੋਈ ਕੀ ਹੁੰਦੀ ਹੈ? ਮੌਖਿਕ ਭਾਸ਼ਾ ਜਾਂ ਫਿਰ ਬੋਲ ਚਾਲ ਦੀ ਭਾਸ਼ਾ। ਦੂਜੀ ਦੇਖੋ ਜੀ, ਕੁੜੀ ਲਿਖ ਰਹੀ ਹੈ। ਲਿਖਿਤ ਕਿਹੜੀ ਹੋਈ ਜੀ? ਲਿਖਿਤ ਭਾਸ਼ਾ ਜੀ, ਕਿ ਲਿਖ ਕੇ ਦੱਸੀ ਹੋਈ ਚੀਜ਼ ਨੂੰ ਕੀ ਕਹਿੰਦੇ ਨੇ? ਲਿਖਿਤ ਭਾਸ਼ਾ। ਹੁਣ ਦੇਖੋ ਜੀ, ਇਹਦਾ ਐਕਸਪਲੇਨੇਸ਼ਨ। ਮੌਖਿਕ ਭਾਸ਼ਾ, ਜਦੋਂ ਅਸੀਂ ਗੱਲਬਾਤ ਬੋਲ ਕੇ ਕਰਦੇ ਹਾਂ ਤਾਂ ਉਹ ਸਾਡੀ ਕਿਹੜੀ ਹੁੰਦੀ ਹੈ ਜੀ? ਬੋਲਚਾਲ ਦੀ ਭਾਸ਼ਾ ਜਾਂ ਫਿਰ ਮੌਖਿਕ ਭਾਸ਼ਾ। ਠੀਕ ਹੈ, ਚਿੱਤਰ ਵਿੱਚ ਦੱਸਿਆ ਹੋਇਆ ਕਿ ਆਦਮੀ ਇੱਕ ਫੋਨ ਕਰ ਰਿਹਾ। ਠੀਕ ਹੈ, ਫੋਨ 'ਤੇ ਗੱਲਾਂ ਕਰ ਰਿਹਾ ਹੈ। ਉਸ ਆਦਮੀ ਦੀ ਕਿਹੜੀ ਹੋਈ ਜੀ? ਮੌਖਿਕ, ਯਾਨੀ ਕਿ ਫੋਨ 'ਤੇ ਗੱਲਾਂ ਹੀ ਕਰ ਰਿਹਾ ਨਾ। ਅੱਗੇ ਦੇਖੋ ਜੀ, ਲਿਖਿਤ ਭਾਸ਼ਾ। ਲਿਖਿਤ ਭਾਸ਼ਾ ਚਿੱਤਰ 'ਚ ਦੇਖੋ ਜੀ, ਅਧਿਆਪਕ ਬਲੈਕ ਬੋਰਡ 'ਤੇ ਲਿਖ ਰਹੇ ਨੇ। ਠੀਕ ਹੈ, ਆਪਣੇ ਭਾਵ ਵਿਚਾਰ ਲਿਖ ਕੇ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਦੇ ਹਾਂ ਅਤੇ ਦੂਸਰਾ ਉਹ ਪੜ੍ਹ ਕੇ ਸਮਝਦਾ ਹੈ, ਉਹ ਉਸਦੀ ਕਿਹੜੀ ਹੁੰਦੀ ਹੈ ਜੀ? ਲਿਖਿਤ ਰੂਪ। ਯਾਨੀ ਕਿ ਅਧਿਆਪਕ ਬਲੈਕ ਬੋਰਡ 'ਤੇ ਲਿਖ ਰਿਹਾ, ਜਦੋਂ ਬੱਚੇ ਉਸ ਨੂੰ ਲਿਖ ਕੇ ਬੋਲਣਗੇ ਤਾਂ ਉਹ ਕਿਹੜੀ ਹੋਏਗੀ ਜੀ? ਬੱਚਿਆਂ ਦੀ ਲਿਖਿਤ ਭਾਸ਼ਾ। ਜਦੋਂ ਉਹ ਆਪਣੀ ਕਾਪੀਆਂ 'ਤੇ ਉਹ ਲਿਖਣਗੇ ਅਤੇ ਵਿਚਾਰ ਕਰਨਗੇ। ਠੀਕ ਹੈ ਜੀ। ਅੱਗੇ ਜੀ, ਸੰਕੇਤਿਕ ਭਾਸ਼ਾ। ਸੜਕ 'ਤੇ ਕਈ ਬੋਰਡਾਂ 'ਤੇ ਸੰਕੇਤ, ਜਿਵੇਂ ਅੱਗੇ ਪੁਲ ਹੈ। ਚਿੱਤਰ ਨਾਲ ਦੇਖੋ ਜੀ, ਸੜਕ ਦੇ ਅੱਗੇ, ਯਾਨੀ ਕਿ ਸੜਕ ਰੋਡ 'ਤੇ ਜਾਂਦੇ ਤੇ ਬੋਰਡ ਲੱਗੇ ਹੁੰਦੇ ਹਨ। ਉਹ ਅੱਗੇ ਲਿਖਿਆ ਹੁੰਦਾ ਉਹਨਾਂ 'ਤੇ ਕਿ ਅੱਗੇ ਕੰਮ ਚੱਲ ਰਿਹਾ ਹੈ, ਰਸਤਾ ਤੰਗ ਹੈ, ਅੱਗੇ ਸਕੂਲ ਹੈ। ਅਲੱਗ-ਅਲੱਗ ਚਿੰਨ੍ਹ ਦਿੱਤੇ ਹੁੰਦੇ ਹਨ। ਜਿਵੇਂ ਕਿ ਬੱਤੀਆਂ ਦਾ ਹੀ ਉਦਾਹਰਨ ਦੇਖ ਲਿਓ ਕਿ ਲਾਲ ਬੱਤੀਆਂ ਲੱਗੀਆਂ ਹੁੰਦੀਆਂ ਹਨ। ਬੱਤੀਆਂ 'ਤੇ ਕਹਿੰਦੇ ਨੇ ਕਿ ਲਾਲ 'ਤੇ ਰੁਕ ਜਾਓ ਅਤੇ ਉਸ 'ਤੇ ਪੀਲੀ 'ਤੇ ਤੇਜ਼ ਹੋ ਜਾਓ, ਮਤਲਬ ਸਟਾਰਟ ਹੋ ਜਾਓ, ਹਰੀ 'ਤੇ ਚੱਲ ਪਓ। ਇਹਨਾਂ ਨੇ ਸੜਕ 'ਤੇ ਕੀ ਦੱਸਿਆ ਕਿ ਬੋਰਡਾਂ ਦੇ ਸੰਕੇਤ, ਜਿਵੇਂ ਅੱਗੇ ਪੁਲ ਤੰਗ ਹੈ, ਅੱਗੇ ਸਕੂਲ ਹੈ, ਕੁਝ ਕਈ ਹੁੰਦੇ ਹਨ। ਇਸੇ ਤਰ੍ਹਾਂ ਦੂਸਰਿਆਂ ਨੂੰ ਹੱਥ ਨਾਲ ਕੀਤੇ ਇਸ਼ਾਰੇ ਨੂੰ ਸੰਕੇਤਿਕ ਭਾਸ਼ਾ ਕਹਿੰਦੇ ਹਨ। ਯਾਨੀ ਕਿ ਸੰਕੇਤਾਂ ਦੁਆਰਾ ਕੋਈ ਵੀ ਭਾਸ਼ਾ ਦਿੱਤੀ ਜਾਂਦੀ ਹੈ, ਉਹ ਉਸਦੀ ਸੰਕੇਤਿਕ ਭਾਸ਼ਾ ਹੁੰਦੀ ਹੈ। ਇਸ ਦੇ ਕੋਈ ਖਾਸ ਚਿੰਨ੍ਹ ਹੁੰਦੇ ਹਨ। ਗੁਪਤ ਭਾਸ਼ਾ। ਗੁਪਤ ਭਾਸ਼ਾ ਹੁੰਦੀ ਹੈ ਜਿਹੜੀਆਂ ਗੱਲਾਂ ਗੁਪਤ ਰੱਖਣਾ ਹੋਵੇ, ਉਹ ਉਸਦੀ ਕੀ ਹੁੰਦੀ ਹੈ? ਗੁਪਤ ਭਾਸ਼ਾ। ਜਿਹੜੀਆਂ ਗੱਲਾਂ ਨੂੰ ਗੁਪਤ ਰੱਖਣਾ ਹੋਵੇ ਉਹ ਉਸਦੀ ਗੁਪਤ ਭਾਸ਼ਾ ਹੀ ਹੁੰਦੀ ਹੈ। ਅਜਿਹੀ ਭਾਸ਼ਾ ਦੇ ਅਰਥ ਕੇਵਲ ਇਸ ਨਾਲ ਸੰਬੰਧਿਤ ਲੋਕ ਹੀ ਜਾਣਦੇ ਹਨ। ਯਾਨੀ ਕਿ ਲੋਕ ਹੀ ਉਹ ਗੁਪਤ ਭਾਸ਼ਾ ਦੇ ਅਰਥ ਜਾਣਦੇ ਹਨ, ਜਿਹੜੇ ਉਹ ਗੱਲ ਆਪਣੇ ਆਪ ਤੱਕ ਹੀ ਸੀਮਿਤ ਰੱਖਦੇ ਹਨ, ਕਿਉਂਕਿ ਗ੍ਰਾਮਰ ਤੋਂ ਇਹ ਬਿਲਕੁਲ ਪਰੇ ਹੈ। ਇਸ 'ਚ ਕੋਈ ਵੀ ਵਰਤੋਂ ਨਹੀਂ ਹੁੰਦੀ। ਪੁਰਾਣੇ ਸਮੇਂ ਵਿੱਚ ਸ਼ਾਹੂਕਾਰ ਵਜੋਂ ਵਰਤੀ ਜਾਂਦੀ ਭਾਸ਼ਾ ਲਾਂਡੇ ਇੱਕ ਗੁਪਤ ਭਾਸ਼ਾ ਦਾ ਹੀ ਰੂਪ ਹੈ। ਯਾਨੀ ਕਿ ਠੀਕ ਹੈ, ਪੁਰਾਣੇ ਜਿਹੜੇ ਸ਼ਾਹੂਕਾਰ ਵਰਤਦੇ ਹੁੰਦੇ ਭਾਸ਼ਾ, ਲਾਂਡੇ ਭਾਸ਼ਾ ਵਰਤਦੇ ਹੁੰਦੇ ਸੀ, ਉਹ ਉਹਨਾਂ ਦਾ ਗੁਪਤ ਰੂਪ ਹੁੰਦਾ ਸੀ। ਅੱਗੇ ਦੇਖੋ ਜੀ, ਮਾਂ ਬੋਲੀ। ਮਾਂ ਬੋਲੀ ਹੁੰਦੀ ਹੈ ਕਿ ਜਿਹੜੀ ਭਾਸ਼ਾ ਬੱਚਾ ਆਪਣੇ ਪਰਿਵਾਰ, ਘਰ, ਮਾਪਿਆਂ ਅਤੇ ਆਸ-ਪਾਸ ਦੇ ਲੋਕਾਂ ਤੋਂ ਗ੍ਰਹਿਣ ਕਰਦਾ ਹੈ, ਉਹ ਉਸਦੀ ਕਿਹੜੀ ਹੁੰਦੀ ਹੈ ਜੀ? ਮਾਂ ਬੋਲੀ। ਔਰ ਰਾਜ ਭਾਸ਼ਾ ਦੇਖੋ ਜੀ, ਰਾਜ ਭਾਸ਼ਾ ਜਿਹੜੇ ਸੂਬੇ ਵਿੱਚ ਬੋਲੀ ਜਾਂਦੀ ਹੈ। ਠੀਕ ਹੈ, ਜਿਹੜੇ ਕਿ ਵੱਡੇ ਸੂਬੇ ਵਿੱਚ ਬੋਲੀ ਜਾਂਦੀ ਹੈ, ਉਹ ਉਸਦੀ ਰਾਜ ਭਾਸ਼ਾ ਹੁੰਦੀ ਹੈ। ਜਿਵੇਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਅਤੇ ਕਰਨਾਟਕ ਦੀ ਕੀ ਹੈ ਜੀ? ਕੰਨੜ। ਠੀਕ ਹੈ ਜੀ। ਅੰਤਰਰਾਸ਼ਟਰੀ ਭਾਸ਼ਾ, ਇਹ ਇੱਕ ਕੌਮੀ ਭਾਸ਼ਾ ਹੁੰਦੀ ਹੈ ਜੋ ਕਿ ਸਾਰੇ ਦੇਸ਼ ਵਿੱਚ ਬੋਲੀ ਜਾਂਦੀ ਹੈ, ਉਹ ਉਸਦੀ ਕੀ ਹੁੰਦੀ ਹੈ ਜੀ? ਅੰਤਰਰਾਸ਼ਟਰੀ ਭਾਸ਼ਾ।
ਭਾਰਤੀ ਸੰਵਿਧਾਨ ਵਿੱਚ 14 ਸਤੰਬਰ 1949 ਨੂੰ ਅਨੁਛੇਦ 334 ਦੇ ਵਿੱਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ। ਇਸੀ ਉਹਦੇ 'ਚ ਮਤਲਬ ਸਵੀਕਾਰ ਕੀਤਾ ਗਿਆ ਸੀ, ਇਹਨੂੰ ਮੰਨਿਆ ਗਿਆ ਸੀ ਕਿ ਇਹ ਸਾਡੀ ਹਿੰਦੀ ਰਾਸ਼ਟਰੀ ਭਾਸ਼ਾ ਹੈ। ਇਸੇ ਕਰਕੇ 14 ਦਸੰਬਰ ਨੂੰ ਹਿੰਦੀ ਦਾ ਦਿਵਸ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਭਾਸ਼ਾ ਜਿਹੜੀ ਕਿ ਵੱਖ-ਵੱਖ ਖੇਤਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਕਹਿੰਦੇ ਹਨ। ਜੋ ਕਿ ਸਾਡੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ ਸਾਡੀ ਰਾਸ਼ਟਰੀ ਭਾਸ਼ਾ ਵਜੋਂ ਵਰਤੀ ਜਾਂਦੀ ਹੈ। ਅੱਗੇ ਦੇਖੋ ਜੀ, ਉਪਭਾਸ਼ਾ ਯਾਨੀ ਕਿ ਉਪਭਾਸ਼ਾ ਦੇਖੋ ਜੀ, ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਜਾਂ ਇਲਾਕੀ ਰੂਪ ਨੂੰ ਉਪਭਾਸ਼ਾ ਆਖਦੇ ਹਨ। ਠੀਕ ਹੈ ਜੀ, ਜਿਹੜੇ ਕਿ ਵੱਡੇ ਖੇਤਰਾਂ ਵਿੱਚ ਜਾਂ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ, ਵੱਖੋ ਵੱਖਰੇ ਇਲਾਕਿਆਂ ਵਿੱਚ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਉਹ ਉਸਦੀ ਉਪਭਾਸ਼ਾ ਹੁੰਦੀ ਹੈ। ਭਾਸ਼ਾ ਅਤੇ ਉਪਭਾਸ਼ਾ ਵਿੱਚ ਕੋਈ ਬਹੁਤ ਘੱਟ ਫਰਕ ਹੁੰਦਾ ਹੈ। ਇਸੇ ਕਾਰਨ ਇਸ ਨੂੰ ਮਤਲਬ ਸੌਖੇ ਤਰੀਕੇ ਨਾਲ ਹੀ ਸਮਝਿਆ ਜਾ ਸਕਦਾ ਹੈ। ਠੀਕ ਹੈ ਜੀ, ਅਜੋਕੇ ਸਮੇਂ ਵਿੱਚ ਸੰਚਾਰ ਦੇ ਆਵਾਜਾਈ ਦੇ ਖੇਤਰ ਵਿੱਚ ਕ੍ਰਾਂਤੀ ਸਦਕਾ ਉਪਭਾਸ਼ਾਵਾਂ ਵਿੱਚ ਦਿਨੋ ਦਿਨ ਘਟਦੇ ਜਾ ਰਹੇ ਹਨ। ਪੰਜਾਬੀ ਭਾਸ਼ਾ ਦੀਆਂ ਮੁੱਖ ਭਾਸ਼ਾਵਾਂ ਯਾਨੀ ਕਿ ਇੱਥੇ ਕੀ ਚਿੱਤਰ ਬਣਾਇਆ ਹੋਇਆ, ਚਿੱਤਰ ਰਾਹੀਂ ਸਾਨੂੰ ਸਮਝਾਇਆ ਗਿਆ ਹੈ ਕਿ ਉਪਭਾਸ਼ਾ ਦੇ ਨਾਮ, ਉਹਨਾਂ ਦੇ ਖੇਤਰ ਔਰ ਉਹਨਾਂ ਨੂੰ ਕ੍ਰਮਵਾਰ ਲਿਖਣਾ। ਠੀਕ ਹੈ, ਉਹਨਾਂ ਨੂੰ ਉਪਭਾਸ਼ਾਵਾਂ ਆਪਣੀ ਹੁੰਦੀਆਂ ਨੇ 8, ਉਹਨਾਂ ਨੂੰ ਕ੍ਰਮਵਾਰ ਲਿਖਿਆ ਹੋਇਆ ਗਿਆ। ਉਪਭਾਸ਼ਾ ਦਾ ਨਾਮ ਲਿਖਿਆ ਗਿਆ, ਕਿਹੜੇ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਉਸ ਖੇਤਰ ਦਾ ਨਾਮ ਲਿਖਿਆ ਗਿਆ ਹੈ ਜੀ। ਜਿਵੇਂ ਦੇਖੋ ਜੀ, ਨੰਬਰ 1 ਮਾਝੀ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ? ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਗੁਜਰਾਂਵਾਲਾ, ਲਾਹੌਰ। ਸਿਆਲਕੋਟ ਪਾਕਿਸਤਾਨ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਝੀ ਭਾਸ਼ਾ ਕਹਿੰਦੇ ਹਨ। ਦੂਜੀ ਦੁਆਬੀ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਦੁਆਬਾ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਦੁਆਬੀ ਭਾਸ਼ਾ ਕਹਿੰਦੇ ਹਨ। ਤੀਜਾ ਦੇਖੋ ਜੀ, ਮਲਵਈ, ਲੁਧਿਆਣਾ, ਫਰੀਦਕੋਟ, ਮੋਗਾ, ਬਠਿੰਡਾ, ਮੁਕਤਸਰ, ਮਾਨਸਾ, ਫਰੀਦਕੋਟ, ਸੰਗਰੂਰ, ਬਰਨਾਲਾ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ, ਮਲਵਈ ਭਾਸ਼ਾ ਬੋਲੀ ਜਾਂਦੀ ਹੈ ਜੀ। ਨੰਬਰ 4 ਦੇਖੋ ਜੀ, ਪੁਆਧੀ ਭਾਸ਼ਾ, ਇਹ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ? ਰੋਪੜ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਸੰਗਰੂਰ ਦੇ ਕੁਝ ਭਾਗ, ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਜੀ। ਅੱਗੇ ਦੇਖੋ ਜੀ, ਨੰਬਰ 5 ਪੋਠਿਹਾਰੀ ਪਾਕਿਸਤਾਨ ਵਿਚਲਾ ਪੋਠਿਹਾਰ ਦਾ ਇੱਕ ਇਲਾਕਾ ਜੋ ਰਾਵਲਪਿੰਡੀ ਤੇ ਜਿਹਲਮ ਦੇ ਪਹਾੜੀ ਖੇਤਰ ਨਾਲ ਸੰਬੰਧਿਤ ਹੈ। ਯਾਨੀ ਕਿ ਪਾਕਿਸਤਾਨ ਦਾ ਇਹ ਇਲਾਕਾ ਜੋ ਰਾਵਲਪਿੰਡੀ ਤੇ ਜਿਹਲਮ ਜ਼ਿਲ੍ਹੇ ਨਾਲ ਸੰਬੰਧਿਤ ਹੈ। ਅੱਗੇ ਨੰਬਰ 6 ਦੇਖੋ ਜੀ, ਮੁਲਤਾਨੀ ਪਾਕਿਸਤਾਨ ਦੇ ਮੁਲਤਾਨ ਖੇਤਰ ਵਿੱਚ ਜਿਵੇਂ ਮੁਲਤਾਨ, ਡੇਰਾ ਗਾਜ਼ੀ ਖਾਂ, ਬਹਾਲਪੁਰ ਨਾਲ ਸੰਬੰਧਿਤ ਹੈ। ਨੰਬਰ 7 ਦੇਖੋ ਜੀ, ਡੋਗਰੀ ਭਾਸ਼ਾ ਜੰਮੂ, ਕਾਠੂਆ, ਉਧਮਪੁਰ, ਧਰਮਸ਼ਾਲਾ, ਕਾਂਗੜਾ ਅਤੇ ਸਿਆਲਕੋਟ ਪਾਕਿਸਤਾਨ ਦੇ ਖੇਤਰ ਨਾਲ ਸੰਬੰਧਿਤ ਇਹ ਭਾਸ਼ਾ ਹੈ। ਠੀਕ ਹੈ ਜੀ, ਪਾਕਿਸਤਾਨ ਨਾਲ ਇੱਕ ਹੋਰ ਹੈ ਮੁਲਤਾਨੀ ਔਰ ਪੋਠਿਹਾਰੀ, ਇਹ 3 ਅੱਧੇ ਮਤਲਬ ਪਾਕਿਸਤਾਨ ਦੀਆਂ ਭਾਸ਼ਾਵਾਂ ਨਾਲ ਮੈਚ ਕਰਦੀਆਂ ਹਨ। 8ਵਾਂ ਨੰਬਰ ਦੇਖੋ ਜੀ, ਪਾਟਿਆਲੀ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਖੇਤਰ ਦਰੇਨਾ, ਸ਼ਾਹਪੁਰ ਕੁੰਡੀ ਅਤੇ ਜ਼ਿਲ੍ਹਾ ਚੰਬਾ ਦੇ ਕੁਝ ਇਲਾਕਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ। ਠੀਕ ਹੈ ਜੀ, ਐਸੀ ਭਾਸ਼ਾਵਾਂ ਦਾ ਚਿੱਤਰ ਰਾਹੀਂ ਉਹਨਾਂ ਨੇ ਦੱਸਿਆ ਗਿਆ ਕਿ ਈਜ਼ੀ ਤਰੀਕੇ ਨਾਲ ਸਾਨੂੰ ਸਮਝ ਆ ਜਾਣ। ਠੀਕ ਹੈ ਜੀ, ਅੱਗੇ ਹੈ ਜੀ ਲਿਪੀ। ਨਹੀਂ, ਇਹ ਦੇਖੋ ਜੀ, ਪੰਜਾਬੀਆਂ ਦੀਆਂ ਉਪ ਭਾਸ਼ਾਵਾਂ ਵਿਚਲੇ ਖੇਤਰ ਦੇ ਸ਼ਬਦ ਯਾਨੀ ਕਿ ਕਿਹੜੇ ਖੇਤਰ ਵਿੱਚ ਕਿਹੜੀ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਔਰ ਕਿਹੜੇ ਕਿਹੜੇ ਸ਼ਬਦ ਹੁੰਦੇ ਹਨ। ਠੀਕ ਹੈ, ਇਹ ਵੀ ਮਤਲਬ 8 ਹੀ ਨੇ ਔਰ ਇਹਨਾਂ ਦਾ ਵੀ ਵੇਰਵਾ ਕ੍ਰਮਵਾਰ ਦਿੱਤੇ ਹੋਏ ਨੇ, ਨਾਮ ਲਿਖਿਆ ਗਿਆ ਹੈ ਔਰ ਇਹਨਾਂ ਦੇ ਉਪ ਭਾਸ਼ਾਵਾਂ ਦੇ ਖਾਸ ਸ਼ਬਦ ਜਿਵੇਂ ਦੇਖੋ ਜੀ, ਮਾਝੀ ਉਹਦਾ, ਅਗਾੜੀ, ਆਹੋ, ਬੱਜਾ, ਡੇਹਾ, ਕੂਣਾ, ਗਾੜੀ, ਰਿੱਧਾ, ਉਨ, ਐਨ, ਸੁਖਾਵਤੇ, ਵਹੁਟੀ ਔਰ ਭਾਜੀ। ਐਸੀ ਮਾਝੀ ਖੇਤਰਾਂ ਦੇ ਉਪ ਭਾਸ਼ਾਵਾਂ ਦੇ ਕੁਝ ਖਾਸ ਸ਼ਬਦ ਜਿਵੇਂ ਦੇਖੋ ਜੀ, ਦੁਆਬੀ ਦੇ ਬੜੀਕਾ, ਬਹਾਉਟੀ, ਸਾਜਾ,
ਬੋਖੀ के बीच लोहांडा रीण रिणकू जेतेन गोबे और पी के। ठीक है जी। मोलवई दी केड़ी है तीमी कीमे आमागा खड़ जमागा केरा सदेहा जन साजरे आण आथणे बहुमुहाए और जमाई और थोड़ा। ठीक है जी। ऐसी क्षेत्र दियां भाषावां। और अगले देखो जी पुआधी दे गाउका हसानी एकण छोकरा गे मैनू तमे तुमे ती गया ती बिचमा खाऊगा थाउन थम्मे का के सी चाननी इहा ऊहा। ठीक है सी। ऐसी पुआधी भाषा यानी कि ਜਿਹੜੇ ਖੇਤਰਾਂ 'ਚ ਬੋਲੀ ਜਾਂਦੀ ਸੀ। ਅੱਗੇ ਦੇਖੋ ਜੀ ਪੋਠਿਆਰੀ ਉਸकी ਅਸਾ ਤ੍ਰੈ ਖਿੜਸੀ ਸੁਣਦਿਆ ਨੀਵੇਂ ਔਰ ਕੁੱਥੇ। ਇੱਦਾਂ ਹੀ ਮੁਲਤਾਨੀ ਦੇ ਦੇਖੋ ਜੀ ਮੈਂਡਾ ਤੈਂਡਾ ਹਿੱਕ ਇੱਕ ਕਿੰਨ ਸਗ ਆਸਾ ਤੁਸਾ ਆਸਾ ਆਵਾਸਾ ਕਈ ਇਹਾ ਬਾਥਰ ਆਵਸਣ। ठीक है जी। डोगरी ਦੇ देखो जी ਗਿਆ ਗਿਆ ਦਾ ਨਾ ਗਏ ਦੇ ਨਾ ਆਇਆਂ ਦੇ ਨਾ अंतरू गलाना कहना लोहाना और छोटा और टाले कपड़े। ठीक है। पटियाली दी कोई भी खास भाषा उन्होंने लिखी नहीं गई। ठीक है जी। ऐसी उन्होंने खास भाषावां दे शब्द। अगे देखो जी लिपि 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 भाषा के विकास मगरों उहदे विचों कुछ खास धुनियां निकलदियां। ठीक है जी। कुछ खास धुनियां का विकास किया जाता है। उस धुनियां नूं की किया जाता है जी लिपि। उन्हां लिपियां नूं उन्हां धुनां नूं चिन्हां दा रूप देना। उन्हां धुनियां च जिहड़ियां निकलियां उन्हां नूं चिन्हां दा रूप दिते गए। जिहड़े चिन्ह दिते गए ने उन्हां नूं लिपि कहा गया है। जिवें हिंदी दी की है देवनागरी अंग्रेजी दी की है रोमन और पंजाबी दी की है जी गुरमुखी। वाह चुप। पंजाबी भाषा की गुरमुखी लिपि। ठीक है। ऐसी 35 अखर। उस तो बाद देखो जी व्याकरण। व्याकरण किसी भी शब्द नूं शुद्ध लिखना बोलना ते पढ़न दे जो नियम दिते जांदे ने वो उसदी की हुंदी है व्याकरण। व्याकरण दे 3 नियम हुंदे हन। ठीक है जी। व्याकरण व्याकरण दे किसी भाषा की वरतों दे नियमां नूं की कहंदे ने व्याकरण। जिहड़े भी आपां किसी भी भाषा दे वरतों दे नियम वरतदे हैं उसदी की हुंदी है व्याकरण। व्याकरण दे 3 भाग हुंदे हैं जी अखर शब्द और वाक। अखर अखरां दे अंतर आंदे ने लगा लगाकार अर्ध स्वरां दी जानकारी सानूं मिलदी है। अखरां च किहड़ी मिलदी है लगा लगाकार लगाखरा अते अर्ध स्वरां दी जानकारी मिलदी है। शब्द बोध च देखो जी शब्दां दी बनतंत्र शब्दां दी वंड अते रूपांतरण बारे जानकारी मिलदी है। वाक बोध च देखो जी वाकां दी बनतंत्र वाकां दी किस्मां वाक विचारांदरे अते विचार चिन्हां बारे जानकारी मिलदी है सी। ठीक है जी। ऐसी साडे 8वीं क्लास की बुक विचों भाषा दे व्याकरण का पाठ जो तुहानूं पढ़ाया है समझ आया होना अच्छे तरीके नाल। ठीक है। अगे दी अभ्यास करिए जी। आपां अभ्यास च आपां ने की करने ने इन्हां च एक क्वेश्चन पूछा गया उहदे 3 ऑप्शन दिते हुए ने उन्हां च आपां ने सही ऑप्शन के उपर टिक लगानी है जी। देखो जी भाषा दियां किन्नियां किस्मां हुंदियां हन 2। ठीक है जी। अगर पंजाबी भाषा दियां उपभाषावां किन्नियां हुंदियां ने जी 8 7 8 3 का ऑप्शन दिता सही सही किहड़ियां ने 8 आप सही तुहानूं दस्सां कि जिहड़ियां सही ने। जलंधर जिले विच किहड़ी उपभाषा बोली जाती है। जलंधर च किहड़ी बोली जाती है जी दुआबी। ठीक है। पंजाबी दी भाषा दा लिपि का की नाम है जी गुरमुखी। देवनागरी की हिंदी दी है रोमन है इंग्लिश दी। पंजाबी भाषा के किन्ने वर्णों के पैरों च बिंदी लगती है यानी कि किन्नियां दे वर्णों च पैरों च बिंदी लगती है जी
ਆਪਸ਼ਨ ਦਿੱਤੇ ਨੇ 6 4 3 ਸਹੀ ਉਹਦਾ ਕੀ ਆਨਸਰ ਹੈ ਜੀ 6। ਠੀਕ ਹੈ ਬੱਚਿਓ। ਔਰ ਅੱਗੇ ਨੰਬਰ 2 ਤੇ ਦੇਖਿਓ ਜੀ ਖਾਲੀ ਥਾਵਾਂ ਭਰੋ। ਠੀਕ ਹੈ ਊੜਾ ਦੇਖੋ ਜੀ ਭਾਸ਼ਾ ਦੀ ਸ਼ੁੱਧ ਵਰਤੋਂ ਦੇ ਨਿਯਮਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਜੀ ਵਿਆਕਰਣ ਆਖਦੇ ਹਨ, ਯਾਨੀ ਕਿਹਾ ਜਾਂਦਾ ਹੈ ਜਾਂ ਆਖਦੇ ਹਨ। ਭਾਸ਼ਾ ਦੇ ਖੇਤਰੀ ਰੂਪ ਨੂੰ ਕੀ ਕਿਹਾ ਜਾਂਦਾ ਹੈ ਜੀ ਉਪਭਾਸ਼ਾ। ਅੱਗੇ ਆਪਣੇ ਵਿਚਾਰਾਂ ਨੂੰ ਲਿਖ ਕੇ ਪ੍ਰਗਟ ਕਰਨਾ ਭਾਸ਼ਾ ਦਾ ਕਿਹੜਾ ਰੂਪ ਹੈ ਜੀ ਡੈਸ਼ ਕਿਹੜਾ ਰੂਪ ਹੈ ਜੀ ਲਿਖਤੀ। ਠੀਕ ਹੈ ਬੱਚਿਓ। ਔਰ ਅੱਗੇ ਤੀਜੇ ਨੰਬਰ ਤੇ ਦੇਖੋ ਜੀ ਯਾਨੀ ਕਿ ਉਪਭਾਸ਼ਾਵਾਂ ਦੇ ਨਾਮ ਲਿਖੇ ਗਏ ਨੇ ਔਰ ਇਹਨਾਂ ਦੇ ਖੇਤਰ ਉਲਟ ਨੀਚੇ ਉੱਪਰ ਕਰਕੇ ਉਹਨਾਂ ਨੇ ਦੱਸੇ ਹੋਏ ਨੇ ਕਿ ਇਹਨਾਂ ਦੇ ਸਹੀ ਤੇ ਐਰੋ ਦਾ ਨਿਸ਼ਾਨ ਲਗਾ ਕੇ ਉਹਨਾਂ ਦੇ ਸਹੀ ਨਿਸ਼ਾਨ ਨਾਲ ਉਹਨਾਂ ਨੂੰ ਮੈਚ ਕਰਨਾ। ਜਿਵੇਂ ਡੋਗਰੀ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਜੀ ਧਰਮਸ਼ਾਲਾ 'ਚ। ਮੁਲਤਾਨੀ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਜੀ ਡੇਰਾ ਗਾਜੀ ਖਾਂ 'ਚ, ਯਾਨੀ ਕਿ ਜੋ ਪਾਕਿਸਤਾਨ 'ਚ ਹੈ। ਮਾਝੀ ਕਿਹੜੇ 'ਚ ਬੋਲੀ ਜਾਂਦੀ ਹੈ ਜੀ ਤਰਨ ਤਾਰਨ ਅੰਮ੍ਰਿਤਸਰ 'ਚ। ਠੀਕ ਹੈ। ਔਰ ਮਲਵਈ ਕਿਹੜੇ ਖੇਤਰ 'ਚ ਬੋਲੀ ਜਾਂਦੀ ਹੈ ਜੀ ਬਰਨਾਲਾ 'ਚ। ਦੁਆਬੀ ਬੋਲੀ ਜਾਂਦੀ ਹੈ ਕਪੂਰਥਲਾ 'ਚ। ਪਟਿਆਲੀ ਬੋਲੀ ਜਾਂਦੀ ਹੈ ਜੀ ਦਨੇਰਾ 'ਚ। ਔਰ ਪੋਠੇਹਾਰੀ ਬੋਲੀ ਜਾਂਦੀ ਹੈ ਰਾਵਲਪਿੰਡੀ 'ਚ। ਪੁਆਧੀ ਫਤਿਹਗੜ੍ਹ ਸਾਹਿਬ 'ਚ। ਠੀਕ ਹੈ ਬੱਚਿਓ ਐ ਸੀ ਸਾਡਾ ਯਾਨੀ ਕਿ 8ਵੀਂ ਕਲਾਸ ਦਾ ਲਿਪੀ ਔਰ ਵਿਆਕਰਨ 'ਚ ਦਾ ਪਹਿਲਾ ਪਾਠ ਸੀ, ਉਹ ਤੁਹਾਨੂੰ ਸਮਝ ਵਿਆਕਰਨ ਦੇ ਭਾਗ ਵਿੱਚੋਂ ਕਰਵਾਇਆ। ਓਕੇ ਜੀ ਥੈਂਕ ਯੂ।